ਉਹ ਦੇਖਦੇ ਹੀ ਬ੍ਰਹਮ ਨੇ। ਇਹ ਹੁੰਦੇ ਨੇ ਹੰਸ, ਇੱਕ ਹੁੰਦੇ ਨੇ ਪਰਮਹੰਸ। ਪਰਮਹੰਸ ਇਸ ਤੋਂ ਵੀ ਉੱਪਰ ਹੁੰਦੇ ਨੇ, ਜਿਹੜੇ ਇੱਕ ਛਾਂਟੀ ਕਰਦੇ ਨੇ ਇਹ ਚੀਜ਼ ਦੀ ਕਿ ਆ ਜਿੰਨੇ ਜੀਵ ਨੇ ਇਹਨਾਂ ਦੇ ਅੰਦਰ 6 ਵਿਕਾਰ ਨੇ। ਸਰੀਰ ਦਾ ਧਰਮ ਹੈ ਜੰਮਣਾ ਤੇ ਮਰਨਾ, ਪ੍ਰਾਣਾਂ ਦਾ ਧਰਮ ਹੈ ਭੁੱਖ ਤੇ ਪਿਆਸ, ਮਨ ਦਾ ਧਰਮ ਹੈ ਦੁੱਖ ਤੇ ਸੁੱਖ। 6 ਵਿਕਾਰ ਨੇ ਮਨੁੱਖ 'ਚ। ਇਹ 6 ਚੀਜ਼ਾਂ ਤਾਂ ਇਹ ਤਿਆਗਦੇ ਨੇ ਪਾਣੀ ਜਾਣ ਕੇ। 6 ਚੀਜ਼ਾਂ ਉਹ ਈਸ਼ਵਰ ਦੀਆਂ ਤਿਆਗਦੇ ਨੇ। ਜੀਵ ਤੇ ਈਸ਼ਵਰ ਦੀਆਂ 6 ਚੀਜ਼ਾਂ, 6 ਵਿਕਾਰ ਈਸ਼ਵਰ ਵਿੱਚ ਨੇ। ਈਸ਼ਵਰ ਵਿੱਚ 6 ਗੁਣ ਨੇ, ਜੀਵ ਵਿੱਚ 6 ਵਿਕਾਰ ਨੇ। ਇਹਨਾਂ 12 ਚੀਜ਼ਾਂ ਨੂੰ ਪਾਣੀ ਦੀ ਤਰ੍ਹਾਂ ਤਿਆਗ ਕੇ ਇਹ ਦੇਖਦੇ ਨੇ ਜੀਵ ਦੇ ਵਿੱਚ ਵੀ ਬ੍ਰਹਮ ਹੈ ਤੇ ਈਸ਼ਵਰ ਦੇ ਵਿੱਚ ਵੀ ਬ੍ਰਹਮ ਹੈ। ਪਨੀਰ ਨੂੰ ਗ੍ਰਹਿਣ ਜਿਹੜੇ ਕਰ ਲਿਆ ਉਹਨੂੰ ਕਹਿੰਦੇ ਪਰਮਹੰਸ ਬੈਰਾਗੀ। ਗੁਰਬਾਣੀ ਵਿੱਚ ਵੀ ਅੱਖਰੇ ਕਈ ਥਾਈਂ ਆਉਂਦੇ ਨੇ। ਵੈਸੇ ਜਦੋਂ ਆਪਾਂ ਨੂੰ ਗਿਆਨ ਨਾ ਹੋਵੇ ਕਿਸੇ ਅੱਖਰ ਦਾ ਫਿਰ ਤਾਂ ਆਪਾਂ ਪੜ੍ਹ ਕੇ ਅੱਗੇ ਲੰਘ ਜਾਂਦੇ ਹਾਂ। ਪਰਮਹੰਸ ਬੈਰਾਗੀ ਪਾਠ ਕੀਤਾ ਤਾਂ ਅੱਗੇ ਲੰਘ। ਪਰ ਜਦੋਂ ਆਪਾਂ ਨੂੰ ਗਿਆਨ ਹੋ ਜਾਂਦਾ ਤਾਂ ਆਪਾਂ ਉੱਥੇ ਰੁਕ ਜਾਾਂਗੇ ਵੀ ਆਹ ਅੱਖਰ ਅਸੀਂ ਕਥਾ 'ਚ ਸੁਣਿਆ ਸੀ। ਹੁਣ ਕਈ ਅੱਖਰ ਤੁਹਾਨੂੰ ਨਵੇਂ ਮਿਲਣਗੇ। ਹੁਣ ਜਦੋਂ ਸਹਿਜ ਪਾਠ ਕਰੋਗੇ ਗੁਰੂ ਗ੍ਰੰਥ ਸਾਹਿਬ 'ਚ ਐਸੀਆਂ ਚੀਜ਼ਾਂ ਸਾਹਮਣੇ ਆਉਣਗੀਆਂ, ਤੁਸੀਂ ਕਹੋਗੇ ਆਹ ਅਸੀਂ ਸੁਣੀ ਸੀ ਕਥਾ 'ਚ। ਨਹੀਂ ਤਾਂ ਪਤਾ ਹੀ ਨਹੀਂ ਲੱਗਦਾ। ਜਿਵੇਂ ਸਹਿਜ ਕੀਰਤੀ ਦਾ ਪਾਠ ਕਰਦੇ ਆ, ਇੱਕ ਅਸਥਾਨ ਤੇ ਕੋਈ ਪਾਠੀ ਸਪੀਕਰ 'ਚ ਲੱਗਿਆ, ਉਹ ਪਾਠ ਆਉਂਦਾ ਦ੍ਰਿੜੰਤਣ, ਪਿੱਛੇ ਹਾਹੇ ਦੀ ਜਗ੍ਹਾ ਤੇ 2 ਬਿੰਦੀਆਂ ਹੀ ਲਾਈਆਂ ਗੋਲ ਗੋਲ ਜੀਆਂ। ਉਹ ਪਾਠੀ ਪਾਠ ਕਰੇ, ਮੈਂ ਉਹਨਾਂ ਦੇ ਮਹਾਤਮਾ ਕੋਲ ਬੈਠਾ ਸੀ, ਪਾਠ ਮੈਂ ਵੀ ਸੁਣਦਾ ਸੀ। ਉਹ ਕਹਿੰਦਾ ਦ੍ਰਿੜੰਤ ਕਰਦਾ ਰਿਹਾ। ਮੈਂ ਕਿਹਾ ਮਹਾਰਾਜ ਆ ਤੁਹਾਡਾ ਪਾਠੀ ਅੜ ਗਿਆ, ਦੇਖ ਲਓ ਇਹਨੂੰ ਇਹ ਨਹੀਂ ਪਤਾ ਦ੍ਰਿੜੰਤਣ ਹੈ ਬੋਲਣਾ ਇਹਨੂੰ। ਮੈਂ ਕਿਹਾ ਇਹਨੂੰ ਤੂੰ ਸੰਥਿਆ ਨਹੀਂ ਕਰਾਈ? ਕਹਿੰਦੇ ਕਰਾਈ ਤਾਂ ਹੋਈ। ਮੈਂ ਆਹ ਦੇਖ ਲਓ ਤੁਹਾਡਾ ਪਾਠੀ ਕੀ ਸਪੀਕਰ 'ਚ ਲੱਲਰ ਲਾਉਂਦਾ, ਦ੍ਰਿੜੰਤਣ ਕਰਕੇ ਅੱਗੇ ਲੰਘ ਗਿਆ। ਜਦੋਂ ਉੱਠ ਕੇ ਆਇਆ ਮੈਂ ਕਿਹਾ ਦ੍ਰਿੜੰਤਣ ਹੈ ਨਹੀਂ ਬੋਲਿਆ। ਕਹਿੰਦਾ ਪਤਾ ਨਹੀਂ 2 ਬਿੰਦੀਆਂ ਹੀ ਸੀ ਅੱਗੇ। ਮੈਂ ਕਿਹਾ ਪਤਾ ਨਹੀਂ ਕੀ ਚੀਜ਼ ਲੱਗੀ ਹੋਈ ਹੈ। ਜਦ ਤੱਕ ਗਿਆਨ ਨਹੀਂ ਹੈ ਉਦੋਂ ਤੱਕ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਬਾਣੀ ਦੇ ਅੰਦਰ ਲਿਖਿਆ ਇਹ ਕੀ ਹੋਇਆ, ਇਹਦਾ ਕੀ ਮਤਲਬ ਹੈ। ਆਪਾਂ ਫਿਰ ਫਾਲਤੂ ਹੀ ਸਮਝਾਂਗੇ। ਸੋ ਇੰਨਾ ਆਪਾਂ ਸੁਣ ਲਿਆ ਕਿ ਜਤ ਦੀਆਂ ਇਹ ਕਿਸਮਾਂ ਹੁੰਦੀਆਂ ਨੇ, ਇਹ ਸੰਨਿਆਸ ਹੁੰਦਾ ਹੈ। ਇਸੇ ਪ੍ਰਕਾਰ ਇਹ ਜਿਹੜਾ ਸੰਨਿਆਸ ਹੈ ਇਹਦੀਆਂ ਅੱਗੇ ਹੋਰ 2 ਕਿਸਮਾਂ ਨੇ, ਉਹ ਸਰਵਣ ਕਰਾਂਗੇ ਆਪਾਂ ਜਤ ਵਿੱਚ ਹੀ। ਜਤ ਪਹਾਰਾ, ਇੰਨਾ ਜਤ ਹੈ ਤੇ ਕੁਟੀਚਕ ਤੇ ਇੱਕ ਵਿਹੂਦਕ ਹੁੰਦਾ। ਇਹਦੇ 'ਚ ਕੁਟੀਚਕ ਹੁੰਦਾ ਜਿਹੜੇ ਕੁਟੀਆਂ ਪਾ ਕੇ ਕਿਤੇ ਇਕਾਂਤ ਜੰਗਲ ਵਿੱਚ ਬਹਿਣ। ਵਿਹੂਦਕ ਹੁੰਦਾ ਓਦਕ ਨਾਮ ਜਲ ਦਾ ਤੇ ਬਹਿ ਨਾਮ ਬਹਿਣ ਵਾਲਾ। ਜਿੱਥੇ ਤੀਰਥ ਦੇ ਕਿਨਾਰੇ ਉੱਤੇ ਪਾਣੀ ਚੱਲਦਾ ਹੈ, ਕਿਨਾਰੇ ਤੇ ਬਹਿ ਕੇ ਭਗਤੀ ਕਰਨੀ, ਉਹਨੂੰ ਵਿਹੂਦਕ ਸੰਨਿਆਸ ਕਹਿੰਦੇ ਨੇ। ਉਹ ਸੰਨਿਆਸ ਨੂੰ ਉਹ ਤਾਂ ਖੈਰ ਕੋਈ ਗ੍ਰਹਿਣ ਕਰਦਾ, ਕੋਈ ਮਹਾਤਮਾ ਗ੍ਰਹਿਣ ਕਰਦੇ ਨੇ ਉਹਨੂੰ, ਗ੍ਰਸਤੀਆਂ ਲਈ ਨਹੀਂ ਹੈ। ਗ੍ਰਸਤੀ ਤਾਂ ਆਪਣੇ ਘਰ ਵਿੱਚ ਹੀ ਬਹਿ ਕੇ ਪਾਠ ਕਰੇ ਜਾਂ ਗੁਰਦੁਆਰਾ ਸਾਹਿਬ ਜਾਂ ਸਰੋਵਰ ਤੇ ਬਹਿ ਕੇ ਕਰ ਲਓ, ਬਸ ਇੰਨਾ ਹੀ ਬੜਾ ਆਪਣੇ ਵਾਸਤੇ। ਸੋ ਐਸਾ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਜਿਹੜਾ ਬਖਸ਼ਿਆ ਹਿਰਦੇ 'ਚ ਵਸਾਈਏ, ਜਿਸ ਕਰਕੇ ਅਸੀਂ ਵੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਿ ਪ੍ਰਭਾਪੈ ਮੇਲੇ। ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਬ੍ਰਹਮ ਗਿਆਨ ਦੀ ਸਮੱਗਰੀ ਦਿੱਤੀ ਹੈ ਕਿ ਬ੍ਰਹਮ ਗਿਆਨ ਇਹਨਾਂ ਚੀਜ਼ਾਂ ਨਾਲ ਪ੍ਰਾਪਤ ਹੁੰਦਾ। ਅੱਖਰ ਇੱਕ ਹੁੰਦਾ, ਉਹਨੂੰ ਖੋਲ੍ਹਣ ਵਿੱਚ ਟਾਈਮ ਬਹੁਤ ਲੱਗ ਜਾਂਦਾ। ਇੱਕ ਅੱਖਰ ਦੀ ਵਿਆਖਿਆ ਹੀ ਬਹੁਤ ਵੱਡੀ ਹੈ, ਜਤ। ਜਤ ਅੱਖਰ ਵਿੱਚ ਹੀ ਸਾਰਾ ਕੁਝ ਆਉਂਦਾ। ਤਿਆਗ, ਬੈਰਾਗ, ਸੰਨਿਆਸ, ਇਹ ਜਤ ਵਿੱਚ ਹੀ ਆ ਜਾਂਦਾ। ਤਕਰੀਬਨ ਆਪਾਂ 9 ਪ੍ਰਕਾਰ ਦਾ ਇੱਕ ਵਿਰਾਗ ਸੁਣਿਆ, 3 ਪ੍ਰਕਾਰ ਦਾ ਹੋਰ ਵਿਰਾਗ ਹੈ, 12 ਪ੍ਰਕਾਰ ਦਾ ਬੈਰਾਗ। ਇਹਦੇ ਵਿੱਚ ਆਪਾਂ ਨੇ ਤਿਆਗ ਵੀ ਸੁਣਿਆ। ਸੰਨਿਆਸ ਨਾਮ ਤਿਆਗ ਦਾ ਹੀ ਹੈ, ਤਿਆਗ ਕਰਨਾ। ਕਿਉਂਕਿ ਜਿਹੜਾ ਬੰਦਾ ਤਿਆਗ ਨਹੀਂ ਕਰ ਸਕਦਾ ਉਹ ਬੰਦਾ ਨਹੀਂ ਕਾਮਯਾਬ ਹੋ। ਤਿਆਗ ਆਪਣੇ ਹੱਥੋਂ ਕਰਵਾਇਆ ਮਹਾਰਾਜ ਨੇ। ਜਿਹੜਾ ਦਸਵੰਧ ਕੱਢਦੇ ਆ ਇਹ ਤਿਆਗ ਹੀ ਤਾਂ ਹੈ। ਇਸ ਕਰਕੇ ਤਿਆਗ ਜਿਹੜਾ ਹੈ ਇਹ ਸਤਿਗੁਰੂ ਮਹਾਰਾਜ ਸਿਖਾਉਂਦੇ ਆ। ਆਪਾਂ ਨੂੰ ਦੱਸਿਆ ਵੀ ਇਹ ਹੰਸ ਤੇ ਪਰਮਹੰਸ ਤੇ ਕਿੰਨੇ ਪ੍ਰਕਾਰ ਦਾ ਸੰਨਿਆਸ ਸਾਰਾ ਦੱਸ ਕੇ ਹੁਣ 1-2 ਪ੍ਰਕਾਰ ਦਾ ਤਿਆਗ ਇਹਦੇ ਵਿੱਚ ਜਿਹੜਾ ਹੈ ਉਹ ਇੱਕ ਹੁੰਦਾ ਬਿਬਦਿਖਾ ਸੰਨਿਆਸ। ਬਿਬਦਿਖਾ ਉਹਦਾ ਨਾਮ ਹੈ।
वो इस प्रकार का है कि जिस ब्रह्म की प्राप्ति करनी है उस ब्रह्म की प्राप्ति करन वास्ते दुनिया के सारे पदार्थ छड्ड के मोह माया ममता छड्ड के एक पासे एकांत होके बैठ के ब्रह्म की प्राप्ति लिए यतनशील होना, इनू विविधिखा संन्यास कहते हैं। ये त्याग है। ये तो चलो मन्निया है ही है, पर इस तो उपर एक होर है, उन्होंने विदित संन्यास कहते हैं। विदित संन्यास तो भाव हुण चलो जिस ब्रह्म की प्राप्ति लिए निवेकले होके एकांत विच बैठे सी, उहदी प्राप्ति भी हो गई, सब कुछ हो गया, ब्रह्म ज्ञान तक भी चलिया गया, पर फिर भी त्याग है। जिथे कि ब्रह्म ज्ञान में जाके त्याग की लोड़ नहीं पैंदी। ब्रह्म ज्ञान तो हुण हो गया, हुण त्याग की लोड़ नहीं, पर फिर भी त्याग है। ये सारिਆਂ नालों वड्डी अवस्था है त्याग की। विदित संन्यास जीवन मुक्ति के मार्ग वास्ते ब्रह्म ज्ञान विच पहुंच के भी ਜਿਹੜੇ बंदे त्याग रखते हैं वो सारिਆਂ नालों वड्डे त्यागी हैं। ये जात दे किस्मां दसियां ने आपां नूं। संन्यास 4 प्रकार का, 12 प्रकार का बैराग आपां ने सरवण किया। महाराज कहते ये है जात पहारा, ये है साडा जात रूपी कारखाना। ये तो खैर बहुत वड्डियां चीज़ां ने। ये तो ब्रह्म ज्ञानी किसी ने बनना होवे जां किसी ने कोई अवस्था का ज्ञान लेना हो उन्हां वास्ते। बाकी जिहड़े महाराज सच्चे पातशाह ने गृहस्थी लोग ने सुभाव का अपनी किरत करी जाण, बाणी पढ़ी जाण, कुरैतां तो बचे रहन, ककारां दी संभाल रखण, पंजां बाणियां दा अपना नितनेम रह रास कीर्तन सोहले समेत सारा 7 बाणियां रोज दियां। ये कहना भी गल तो 5 बाणियां 7 बाणियां ही आखो, क्योंकि फिर कोई प्रश्न भी करना भी 5 बाणियां तो फिर उन्होंने की किया 3 बाणियां सवेरे रख लिया, 2 शाम को करके 5 बना दियां। 7 बाणियां का अभ्यासी महाराज कहने होवे किरत धर्म की करे, दसवंध कढ़े, वह भी कल्याण हो जाता। पर यह तो है जे किसी की अवस्था बननी होवे तां भी, जे ना भी लोड़ होवे तां भी इन्ना ज्ञान तो आपां नूं होना जरूरी है। जात पहारा धीरज सुनियार। तो महाराज कहने जिहड़ा धीरज है ना, यही सुनियारा है इस दुकान विच। हुण धीरज जिहड़ा ऐसा है कि सतगुरु महाराज की सिक्खी प्राप्त हुई हुई है, पैसे की कोई कमी नहीं है, हर चीज दे विच संपूर्णता है। हुण एक दिन सतगुरु महाराज कहते परख लैके देखा, परख के देखना ना किन्ना क धीरज है सिख दे विच। सो सतगुरु महाराज सच्चे पातशाह ने भाई मंझ की परख लई। धन भाई मंझ धीरज, इन्ना ज्यादा धीरज साखी तो आपां सुनी हुई, खूह विच भी डिग पे, पर कहते पहला लकड़ां कड्डो, मैनू बाद विच कड्डिओ। गुरु के लंगर दीयां लकड़ां ने, इन्ना वड्डा धीरज है। धीरज किन्ना रखना पिया। और ऐसियां अपने को अनेकां ही गुरु घर दीयां साखियां ने कि गुरसिखां ने बड़ा वड्डा धीरज 8 महीने तक आनंदपुर साहब के किले च धीरज रख के बैठे रहे, बिना रोटी तो बिना पानी तो पत्ते खा के दरख्तां दे गुजारा किया। दरख्तां दे छिलके ला के उबाल के कट कट के खाधे। भुखे मर गए, घोड़े जिहड़े भुखे मरदे उन्हां नूं वढ वढ के खाधा धर्म युद्ध वास्ते। घोड़े खाण तो पहला मिट्टी खाधी। धीरज सुनियार उन्हां गुरसिखां कोले है। साडे कोल की धीरज है? एक सेकंड किते देग लेट हो जाए मिले ना, आओ रौला पाने में देग नहीं प्रबंध। क्या प्रबंध है? देग नहीं मिली है। अपने गुरु घर नूं आप ही बदनाम कर लाए। सतगुरु महाराज ऐसिया चीज़ों ते बिल्कुल प्रसन्न नहीं हूं। मैं सारी जिंदगी च एक बार भी नहीं कहा कि मैनूं इत्थों देग नहीं मिली। जद आप इस गल विच विश्वास रखते हैं कि नक नथ खसम हथ किरत धक्के दे, जहां दाने तहां खाने, नानका सच नहीं मिलिया, तो धीरज रखना मान देता, बहुत धीरज रखना। कदे कदे जिंदगी च ऐसा समा भी आ जाता, जिंदगी च असी रोटी भी नहीं कदे मिली, मक्की दे दाने खा के गुजारा किया, छोले चब के गुजारा किया,
नहीं सी घर च रोटी, गरीबी बड़ी सी, धीरज रखिया मन च, कदे महसूस भी नहीं किया, कदे रब नूं यह भी नहीं कहा भी तू रोटी दिती नहीं अज मैनूं। इस गल च खुश रहे भी जे भुखा रखना नहीं छोले देने तो वह भी ना दे, कोई गल नहीं, पर तेरी खुशी चाहिए सानू। ते आपां ते जे माड़ी जी चीज़ ना मिले उत्थे ही रौला पाने मैं बाबे दे दर ते जाना ही नहीं। ये कोई सिक्खी थोड़ी है, जिथे आपां सिख बने फिरदे हैं इहनूं कोई सिक्खी थोड़ी कहा जाता। ये तो मतलबी सिख ने, मतलबी जे तो काम बनाता महाराज ने फिर तो कहता ठीक है बाबा बड़ा वड्डा, फिर तो गुरु साहब का दर वड्डा। महाराज सच्चे पातशाह तैन परख परख के देखते हैं, सारिਆਂ नालों वध परख जहाज के ब्लैक बॉक्स की हुंदी है। जिहड़ा ब्लैक बॉक्स हुंदा जहाज दे विच ਉਹਦੇ अंदर फिल्म रखी हुंदी है, जिहड़ी ਉਹਦੇ बाहर जिहड़ी प्लेट लगी हुंदी लोहे की, ਉਹ ਸਾਰਿਆਂ ਨਾਲੋਂ ਵੱਧ 11,000 ਫਾਰਨਹੀਟ ਤੇ ਉਹਨੂੰ ਪਰਖਿਆ ਜਾਂਦਾ, ਉਹਨੂੰ ਕੋਈ ਅਸਰ ਨਹੀਂ ਪੈਂਦਾ। ਜਹਾਜ਼ ਨੂੰ ਅੱਗ ਵੀ ਲੱਗ ਜਾਏ, ਪਾਣੀ 'ਚ ਵੀ ਡਿੱਗ ਪਏ ਜਹਾਜ਼, ਬਲੈਕ ਬਾਕਸ ਬਿਲਕੁਲ ਸਹੀ ਸਾਵਧਾਨ ਠੀਕ ਰਹਿੰਦਾ। ਤਾਈਓ ਤਾਂ ਪਤਾ ਲੱਗਦਾ ਜਹਾਜ਼ ਦਾ ਕਿਸ ਤਰ੍ਹਾਂ ਨੁਕਸਾਨ ਹੋਇਆ, ਕਿਉਂਕਿ ਉਹਨੂੰ ਪਹਿਲਾਂ ਪਕਾਇਆ ਜਾਂਦਾ। ਸਤਿਗੁਰੂ ਸਿੱਖ ਨੂੰ ਇੰਨਾ ਪਕਾ ਦਿੰਦੇ ਨੇ, ਇੰਨਾ ਪਕਾ ਦਿੰਦੇ ਨੇ ਕਿ ਮਜਾਲ ਆ ਕਿਤੇ ਅਕਾਲ ਪੁਰਖ ਦੇ ਉਲਟ ਬੋਲ ਜਾਵੇ ਸਿੱਖ, ਕਿ ਗੁਰੂ ਗ੍ਰੰਥ ਸਾਹਿਬ ਦੇ ਉਲਟ किते ना सिख ना कहूगा मैनू गुरु तेग बहादुर साहब ने आ नहीं दिता। सिख कहता तेरा कीया मीठा लागा, हर नाम पदार्थ नानक मांगा। इन्ना वड्डा धीरज सिख विच होना चाहिए। बेनती भी करो महाराज सच्चे पातशाह सानू धीरज बख्शो। धन गुरु अर्जन देव साहब महाराज धीरज नहीं देखिया, तत्ती तवी ते बह के सी नहीं कीती, किड्डा धीरज है महाराज। धन भाई मनी सिंह किड्डा धीरज है तुहाडे च, बंद बंद कटा रहे पाठ कर रहे नाल। महाराज कहने धीरज सुनियार, सुनियारा इस धीरज नूं ही बना लेना, मन दे अंदर धीरज रखना है। धीरों देख तुम्हारे रंगा, तू ही स्वामी अंतरजामी, तू ही बसै साध कै संगा। धीरज रखना वड्डी गल है, जात रखना वड्डी गल होगी। पंजां प्यारिਆਂ ने उठ के शीश देते अपने, धीरज रखिया उन्होंने। ये नहीं कहा, कई तो विच भज ले सी, काले पै गए सी, ये की सिक्खी है, ये नवीं गल हो गई, बिना कारण तो सिर दईए सी। अहरण मत महाराज कहने अहरण वांगू मत अचल रखनी अपनी। अहरण लोहे का वड्डा सारा ढेला जिहदे ते रख के कुटिया जांदा, लोहे नूं सुनियार भी रखते हैं, वो छोटा रखते हैं, अते लोहार वड्डा रखदा। महाराज जी कहने जिहड़ी मत है, बुद्धि है, ये अचल होनी चाहिए। गुरमत मत अचल है, चलाए ना सकै कोई। किवें अचल होनी चाहिए है? जे सतगुरु कहण गुरसिख बाणी श्रवण करया कर, गुरसिख तू बाणी मन्निया कर, तू कमाया कर, उत्थे डोल जाना। मत महाराज ये तो बड़ा औखा काम दसता तुसीं। महाराज सच्चे पातशाह कहने अचल मत कर अपनी। सतगुरु जी जो हुक्म करते उन्होंने कर, अग्यों जवाब ना दे कि यह काम तो बड़ा औखा, ये काम तो बड़ा औखा। इउं करके तो आप अपनी जिंदगी खराब कर लवांगे। औखा नहीं कहना। सतगुरु महाराज जो काम कहते ने उन्होंने सौखा सौखा करके मरना, तो साडे भले लई कहते ने महाराज। तो सतगुरु महाराज कहने ऐरन वर्गी चल मत होवे। जे कोई बाहरों भी तुहानूं डलाउण दा यतन करे ना डोलो, पर पक्कता ही इन्नी होवे। ते जे सतगुरु महाराज कसवट्टी पा देण तां भी मत अचल ही रहनी चाहिदी है। जिन्ना मर्जी सतगुरु बचन कर देण गुरु की किरपा नाल। इउं तां जे परख लै लैण सच्चे पातशाह फिर तां औखा। ये भाई गुरदास जी की परख लै लई तो डोल गए। पर महाराज नूं बेनती करो, महाराज साडी मत जिहड़ी है, बुद्धि है, ऐरन वांगू अचल रहे, अडोल रहे। वेद हथियार ज्ञान का थौड़ा पकड़ के रखो हथ विच। सुनियारे कोल हथौड़ी ते लोहार कोल हथौड़ा हुंदा। महाराज जी कहते हैं अपने कोल ज्ञान का हथियार रखो। हमेशा ज्ञान नूं वरतो। बाहरी ज्ञान ते अंदरला ज्ञान दोवें ही होने चाहिए ने सिख दे पास। ज्ञान का हथियार जिहड़ा है
ਇਹ ਪਕੜ ਕੇ ਹੱਥ ਦੇ ਵਿੱਚ ਗੁਰੂ ਦੇ ਗਿਆਨ ਨੂੰ ਲੈ ਕੇ, ਸ਼ਬਦ ਦਾ ਗਿਆਨ ਲੈ ਕੇ ਬ੍ਰਹਮ ਦੇ ਗਿਆਨ ਤੱਕ ਜਾਣਾ। ਭਉ ਖੱਲਾ ਅਤੇ ਜਿਹੜਾ ਭਉ ਰੱਖਣਾ, ਡਰ ਰੱਖਣਾ ਮਨ ਦੇ ਅੰਦਰ ਕਿ ਸਤਿਗੁਰੂ ਜੀ ਦੇਖਦੇ ਹੋਣਗੇ, ਸਤਿਗੁਰੂ ਜੀ ਕੀ ਕਹਿਣਗੇ ਮੈਨੂੰ ਕਿ ਗੁਰਸਿੱਖ ਹੋ ਕੇ ਤੂੰ ਆਹ ਮਾੜੇ ਕੰਮ ਕਰਦਾ। ਕਿਉਂ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਮਨ ਦੇ ਅੰਦਰ ਡਰ ਰੱਖਣਾ ਹੈ, ਇਹੀ ਖੱਲਾ ਹੈ। ਇਹਦੇ ਵਿੱਚ ਇਹੀ ਵੱਡੀ ਚੀਜ਼ ਹੈ ਕਿ ਜਿਹੜਾ ਹਮੇਸ਼ਾ ਮਨ ਦੇ ਅੰਦਰ ਕਲਗੀਧਰ ਪਿਤਾ ਜੀ ਦਾ ਡਰ ਰੱਖਣਾ। ਮਹਾਰਾਜ ਕੋਲ ਪ੍ਰਚੰਡ ਗਿਆਨ ਹੈ, ਇੱਕ ਤਾਂ ਗਿਆਨ ਹੀ ਹੈ, ਇੱਕ ਪ੍ਰਚੰਡ ਗਿਆਨ ਹੈ। ਸਤਿਗੁਰੂ ਪ੍ਰਚੰਡ ਗਿਆਨ ਨੂੰ ਦੇਣ ਵਾਲੇ ਨੇ। ਜੇ ਆਪਾਂ ਇਹ ਕਹਿ ਦਈਏ ਕਿ ਮਹਾਰਾਜ ਨੂੰ ਤਾਂ ਗੱਲ ਪਤਾ ਹੀ ਨਹੀਂ, ਸਤਿਗੁਰੂ ਨੂੰ ਤਾਂ ਤੇਰੇ ਕਰਨ ਤੋਂ ਵੀ ਪਹਿਲਾਂ ਪਤਾ। ਮਹਾਰਾਜ ਤਾਂ ਪਹਿਲਾਂ ਹੀ ਜਾਣਦੇ ਨੇ, ਕਿਉਂਕਿ ਇੰਨਾ ਪ੍ਰਚੰਡ ਗਿਆਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਸ੍ਰਿਸ਼ਟੀ ਬਣਾਈ ਹੈ, ਉਹ ਮਾਲਕ ਨੇ, ਉਹ ਆਪਾਂ ਨੂੰ ਜਾਣਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਡਰ ਰੱਖ ਮਨ ਦੇ ਅੰਦਰ, ਹਮੇਸ਼ਾ ਡਰ ਰੱਖ। ਗੁਰਮੁਖ ਤਾਂ ਇੰਨੀ ਮਾੜੀ ਮਾੜੀ ਗੱਲ ਤੋਂ ਵੀ ਬਹੁਤ ਡਰਦੇ ਨੇ ਵੀ ਅਸੀਂ ਅੱਜ ਆਹ ਕੰਮ ਨਹੀਂ ਹੋਇਆ, ਅੱਜ ਇਸ ਤਰ੍ਹਾਂ ਨਹੀਂ ਹੋਇਆ। ਸੰਸਾਰੀ ਬੰਦਾ ਜਿਹੜਾ ਉਹ ਕਹਿੰਦਾ ਕੋਈ ਗੱਲ ਨਹੀਂ, ਤਾਂ ਕੀ ਹੋ ਚੱਲਿਆ। ਗੁਰਮੁਖ ਬਹੁਤ ਡਰਦੇ ਨੇ, ਉਹ ਕਹਿੰਦੇ ਨਾ ਵੀ ਮੈਂ ਮਨ ਦੇ ਅੰਦਰ ਡਰ ਰੱਖਣਾ ਹੈ। ਕਿ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ 2 ਟਾਈਮ ਕੰਘਾ ਕਰਨ ਨੂੰ ਕਿਹਾ। ਸ਼ਾਮ ਨੂੰ ਕੰਘਾ ਕਰੋ 4-5 ਵਜੇ, ਰਹਿ ਰਾਸ ਤੋਂ ਪਹਿਲਾਂ ਕਰ ਲਓ। ਜੇ ਰਹਿ ਰਾਸ ਦਾ ਸਮਾਂ ਵੀ ਲੰਘ ਗਿਆ, ਫਿਰ ਕੀਰਤਨ ਸੋਲੇ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਫਿਰ ਕੰਘਾ ਕਰ ਲੈਣਾ ਸਿਰ ਵਿੱਚ। ਨਹੀਂ ਹੋਇਆ ਤਾਂ ਗੁਰਮੁਖਾਂ ਨੂੰ ਇਉਂ ਲੱਗਦਾ ਵੀ ਅੱਜ ਬੜੀ ਵੱਡੀ ਗਲਤੀ ਹੋ ਗਈ, ਮੈਂ ਅੱਜ ਮੈਂ ਕੰਘਾ ਨਹੀਂ ਕੀਤਾ। ਆਮ ਸੰਸਾਰ ਵਾਸਤੇ ਇਹ ਕੰਘਾ ਕਰਨਾ ਕੁਝ ਵੀ ਨਹੀਂ, ਪਰ ਸਾਡੇ ਲਈ ਇੰਨੀ ਵੱਡੀ ਗੱਲ ਹੈ ਵੀ ਕਲਗੀਧਰ ਮਹਾਰਾਜ ਦਾ ਬਚਨ ਨਹੀਂ ਮੰਨਿਆ ਗਿਆ। ਅੱਜ ਪੱਗ ਅੱਜ ਚੁਣ ਕੇ ਨਹੀਂ ਬੰਨੀ, ਅੱਜ ਝਾੜ ਕੇ ਪੱਗ ਨਹੀਂ ਬੰਨੀ, ਬੜੀ ਵੱਡੀ ਗੱਲ ਹੈ ਸਾਡੇ ਲਈ। ਸਧਾਰਨ ਬੰਦੇ ਲਈ ਤਾਂ ਕੋਈ ਖਾਸ ਗੱਲ ਹੀ ਨਹੀਂ ਹੈ, ਉਹ ਤਾਂ ਟੋਪੀ ਰੱਖਦਾ ਸਿਰ ਤੇ, ਉਹ ਤਾਂ ਪੱਗ ਮਾਵਾ ਜਾਂ ਲਾ ਕੇ ਬੰਨ੍ਹ ਕੇ ਸਿਰ ਤੇ। ਸਾਡੇ ਲਈ ਤਾਂ ਉਹ ਇੰਨੀ ਵੱਡੀ ਗੱਲ ਹੋ ਗਈ ਕਿ ਹੋਏ ਸਿੱਖ ਸਿਰ ਟੋਪੀ ਧਰੈ 7 ਜਨਮ ਕੁਸ਼ਟੀ ਹੋਏ ਮਰਾ। ਅਸੀਂ ਕਿਉਂ ਕੋੜੀ ਹੋ ਕੇ ਮਰੀਏ 7 ਜਨਮ। ਇਉਂ ਮਹਾਰਾਜ ਦੇ ਭਉ ਨੂੰ ਜਿਹੜਾ ਰੱਖਣਾ, ਭਉ ਖੱਲਾ, ਅਗਨ ਤਾਪ ਤਾਓ, ਜਿਹੜਾ ਇਹਦੇ ਵਿੱਚ ਫਿਰ ਤਪ ਤਾਉਣਾ ਹੈ। ਸਤਿਗੁਰੂ ਮਹਾਰਾਜ ਦੇ ਭੈ ਵਿੱਚ ਰਹਿ ਕੇ ਜਿਹੜਾ ਸਿਮਰਨ ਕਰਨਾ ਨਾ, ਇਹੀ ਤਪ ਦਾ ਤਾਉਣਾ ਹੈ, ਇਹੀ ਅਗਨੀ ਹੈ। ਬ੍ਰਹਮ ਅਗਨੀ ਦਾ ਪ੍ਰਗਟ ਇਹੀ ਕਰਨਾ ਹੈ। ਭਉ ਵਿੱਚ ਰਹਿ ਕੇ ਸਿਮਰਨ ਕਰਨਾ ਅਤੇ ਤਪ ਜਿਹੜਾ ਕਰਨਾ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹੈ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿ ਆਵੈ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹ ਹੈ ਅਗਨ ਤਪ ਤਾਓ। ਜਿਹੜਾ ਤਪ ਕਰਨਾ ਹੈ, ਜਿਹੜੀ ਆਗਿਆ ਸਮ ਨਹੀਂ ਸਾਹਿਬ ਸੇਵਾ। ਉਂਝ ਜਿੰਨੀ ਮਰਜ਼ੀ ਤੁਸੀਂ ਸੇਵਾ ਕਰੀ ਜਾਓ, ਪਰ ਸਾਹਿਬ ਜਦੋਂ ਕੋਈ ਆਗਿਆ ਕਰ ਦਿੰਦੇ ਨੇ, ਉਸ ਆਗਿਆ ਦੇ ਵਿੱਚ ਰਹਿਣਾ, ਇਹੀ ਵੱਡੀ ਚੀਜ਼। ਗੁਰੂ ਅੰਗਦ ਦੇਵ ਮਹਾਰਾਜ ਨੇ ਕੀ ਸੇਵਾ ਕੀਤੀ? ਇਹੀ ਵੱਡੀ ਸੇਵਾ ਕੀਤੀ, ਜਿਹੜੀ ਆਗਿਆ ਮੰਨੀ। ਬਸ ਸਤਿਗੁਰੂ ਜਦੋਂ ਦੇਖ ਲੈਣ ਇਹ ਸਿੱਖ ਆਗਿਆ ਵਿੱਚ ਚੱਲਦਾ, ਬਸ ਇਹ ਵੱਡੀ ਗੱਲ। ਮਹਾਰਾਜ ਨੇ ਕਿਹਾ ਵੀ ਆਹ ਸਾਹਮਣੇ ਬਿੱਲੀ ਆਈ ਭਰੀ ਸੰਗਤ ਵਿੱਚ, ਬਿੱਲੀ ਇੱਕਦਮ ਦੌੜ ਕੇ ਲੰਘੀ, ਮਰੀ ਹੋਈ ਚੂਹੀ ਸਿੱਟ ਗਈ ਸਾਹਮਣੇ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸ਼੍ਰੀ ਚੰਦ ਜੀ ਆ ਚੂਹੀ ਬਾਹਰ ਸਿੱਟ ਕੇ ਆਓ। ਮਹਾਰਾਜ ਆਪ ਹੀ ਕੌਤਕ ਵਰਤਾਉਣ ਵਾਲੇ ਆ। ਮਹਾਰਾਜ ਨਾ, ਮੈਨੂੰ ਔਖਾ ਲੱਗਦਾ, ਇਹ ਕੀ ਕਹੇਗੀ ਸਾਰੀ ਸੰਗਤ। ਸ਼੍ਰੀ ਚੰਦ ਲక్ష్ਮੀ ਦਾਸ ਤੁਸੀਂ ਉੱਠੋ, ਨਹੀਂ ਉੱਠ ਸਕੇ। ਹੁਣ ਇੱਥੇ ਕਹਿਣਾ ਤੇ ਗੁਰੂ ਅੰਗਦ ਦੇਵ ਜੀ ਨੂੰ ਕਹਿਣਾ ਵੀ ਨਹੀਂ, ਬਾਬੇ ਲਹਿਣੇ ਵੱਲ ਦੇਖਣਾ, ਬਸ ਇੰਨਾ ਹੀ ਕਰਨਾ। ਅੱਛਾ, ਸਤਵਚਨ ਮਹਾਰਾਜ ਦੌੜ ਕੇ ਚੂਹੀ ਚੱਕ ਕੇ ਬਾਹਰ ਸੁੱਟ ਆਂਦੀ, ਹੱਥ ਧੋ ਕੇ ਸਾਫ਼ ਕਰਕੇ 5 ਇਸ਼ਨਾਨੇ ਕਰਕੇ ਆਪ ਮਹਾਰਾਜ ਜੀ ਬਾਹਰ ਸੁੱਟ ਆਂਦੀ, ਸਤਵਚਨ ਕਰ ਦਿੱਤਾ। ਸਤਿਗੁਰੂ ਇਸ ਤੇ ਖੁਸ਼ ਨੇ ਬਸ ਵੀ ਮੇਰੀ 5 ਕਕਾਰਾਂ ਦੀ ਕੋਈ ਗੱਲ ਨਹੀਂ, ਗੱਲ ਤਾਂ ਆਗਿਆ ਮੰਨਣ ਦੀ ਹੈ। ਦੰਦਾ ਕੰਘੇ ਦਾ ਟੁੱਟ ਜੇ ਉਹ ਕੋਈ ਗੱਲ ਨਹੀਂ ਹੁੰਦੀ, ਸਿਰ ਨਹੀਂ ਬਹਿੰਦਾ ਉਹਨਾਂ ਜੇ ਇੰਨਾ ਕੁ ਦੰਦਾ ਟੁੱਟ ਜਾਏ। ਪਰ ਸਤਿਗੁਰੂ ਕਹਿੰਦੇ ਮੈਂ ਤਾਂ ਇਹ ਦੇਖਣਾ ਮੇਰੀ ਆਗਿਆ ਵਿੱਚ ਚੱਲਦਾ ਕਿ ਨਹੀਂ।
क्यों दिल्ली के दिलवाली तेरी आज्ञा में चलता, सारे तेरी आज्ञा सृष्टि चलती है, और जद इन्ने ने उसकी आज्ञा चलते, सिख क्यों नहीं आज्ञा चलता? महाराज तो देखना चाहते हैं भी मेरी आज्ञा विच किन्ना चलदा। तो इस प्रकार सतगुरु महाराज सच्चे पातशाह कहते ने तप ताओ, ये तप मनो, जेड़ा आपां ने 5 ककार पहनने ने ना, ये तप है साडा। अमृत वेले उठ के जेड़ा इशनान करना है, वैसे जोगी लोग सवेरे अपने सिर च 1000 घड़ा ठंडे पानी का पाउंदे ने, पोह माघ दे दिनां च कहने मैं तप कर रहा, वो भी तो तप करते हैं। ये साडा भी तो तप है कि जिहड़ा असीं खुले पानी नाल सवेरे इशनान करना, 5 बाणियां पढ़नियां, नींद का त्याग करना, ये भी तप है। जिवें रोटी का त्याग करना भी तप है। सतगुरु महाराज कहने अल्पहार सुलभ सी निंद्रा, ये भी तप है। इस करके सतगुरु महाराज कहते ने भांडा भाओ अमृत तित ढाल, भांडा जिहड़ा भाओ प्रेम का बना के अमृत ਉਹਦੇ ਵਿੱਚ ਢਾਲਣਾ करना है। किस तरह? भांडा थोड़ा जिहा डूंगा अर्थ है ਇਹਦਾ। ਜਿਹੜਾ त्वंग पद ਦਾ ਸੋਧ ਨੇ ਤੇ 3 पद ने। त्वंग पद एक ਹੁੰਦਾ तत् पद, एक ਹੁੰਦਾ अस पद। ਹੁਣ ਜਿਹੜਾ ਇੱਕ ਤਾਂ जीव है, एक ईश्वर है, एक है परमेश्वर। परमेश्वर ਜਦੋਂ माया संयुक्त होया उदों ईश्वर बनया, ते उस तो थले आपां जिहड़े बैठे हैं जीव आ। अपने जीवां दे विच 6 औगण ने, ईश्वर विच 6 गुण ने। तीसरा है ब्रह्म, ब्रह्म विच कुछ भी नहीं है, उस कोई औगण नहीं, स्वच्छ साफ सुथरा है। ये इस तरह का भांडा भाव है अमृत ढाल कि अपने जिहड़ा है हुण जीव दे भी 2 हिस्से ने। पहला हिस्सा तो शरीर है, दूजा हिस्सा आत्मा है। हुण ये शरीर विच आपां ने औगण सारे छड्ड के एक अपनी आत्मा नूं लै लेना। मैं बड़ा ही सौखा कर लिया इहनूं, वैसे जो दूजे अखर वरतीए ना वो फिर औखे लगते हैं। सीधा जिहा मैं पंजाबी जी सुना रहा। ये जीव दे विच अपने सामने अपनी आत्मा, इहनूं लै के ये जिहड़ा ईश्वर है, ईश्वर रूप कुठाली विच इस आत्मा नूं जाके लीन करके तीसरे थां ते इहनूं ब्रह्म विच लीन कर देना। इहनूं कहंदे भांडा भाओ अमृत तित ढाल। ये सिमरन करदियां करदियां अवस्था बनदी है। सिमरन करदियां इस चीज़ का ज्ञान हुंदा है, सीधी समझा के भी दसी नहीं जा सकती है। क्योंकि सिमरन करदियां करदियां जदों जीव दे अंदरों हंगता मर जाती है तो वह ईश्वर रूप हो जाता। पहला ईश्वर तो अगे फिर ईश्वर के खट विकारां का त्याग करके, ईश्वर के जिहड़े 6 गुण ने इन्हां दा त्याग करके, जीव अपने 6 विकारां का त्याग करके ब्रह्म स्वरूप हो जाता। इहनूं कहंदे भांडा भाओ अमृत ते ढाल। भांडा जिहड़ा बनाउणा प्रेम का भांडा बना के ਉਹਦੇ ਵਿੱਚ अमृत नूं पाउणा है, नाम रूपी अमृत नूं पाउणा है, आत्मक अमृत नूं पाउणा, ਉਹਦੇ ਵਿੱਚ प्राप्त करना है। घड़िया शब्द सच्ची टकसाल। सच्ची टकसाल किहड़ी है? साध संगत। ਇਹਦੇ ਵਿੱਚ शब्द ਦੇ ਨਾਲ ਆਪਣੇ ਮਨ ਨੂੰ ਘੜਨਾ। शब्द उपदेश नूं कहंदे ने। उपदेश द्वारा, सिमरन द्वारा, कीर्तन द्वारा, कथा द्वारा संगत विच बह के अपने मन नूं, मन की घाड़त करना। ये टेढ़ा विंगा जिहड़ा मन है ना, गुरमुख बाणी अघड़ कढ़ावै। ये सिद्ध गोष्ठ च महाराज ने सिद्धां नूं चर्चा करदे ही सुनाया सी कि जिहड़ा गुरमुख है वो अघड़ मन नूं शब्द दे द्वारा घड़दा। लै करके शब्द घड़िया शब्द सच्ची टकसाल, अपने मन नूं संगत विच बह के घड़ना। जिवें आपां बैराग दे विच एक चीज़ देखी सी, जिहड़ा बैराग आपां श्रवण कीता सी कि संगत विच बह के ये विचार करनी कि मैनूं किन्ने साल हो गए इत्थे आउंदे नूं ते मेरी किन्नी क अवस्था बनी है, मेरे अंदरों किन्ने क विकार मिटे ने, किन्ने क मेरे औगण दूर होए ने, किन्ना क मैं गुरसिख बन सकिया हाँ, किन्ना क नहीं बन सकिया हाँ। क्यों? बह के शब्द के द्वारा अपनी घाड़त नूं घड़दियां 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 5 कोशां दे पहाड़ नूं पासे करदियां अविद्या, असमता, अभिनिवेश, राग द्वेष, इन्हां नूं पासे करके सारा कुछ हटाउंदियां हटाउंदियां
एक ब्रह्म स्वरूप अकाल पुरख नूं देखना। पर महाराज कहते ये कार सारे जाने नहीं कर सकते। जिन कौ नदर, इत्थे पहला छोटा विश्राम है, ਇਹਦਾ विश्राम वैसे कर्म ते ही है। कहने जिन्हां दे उत्ते नदर करते ने अकाल पुरख वाहिगुरु, वो करदा ऐसा कर्म। जिन कौ नदर कर्म तिन कार, फिर उन्हां नूं अपनी ब्रह्म ज्ञान की कार विच लाउंदे। जिन्हां दे उत्ते अकाल पुरख वाहिगुरु नदर कर दिंदे ने, उन्हां नूं अपना कर्म करन लाउंदे ने। किहड़ा सच्चा भगती दा, उन्हां नूं इस ब्रह्म ज्ञान की कार विच लाउंदे ने। आ जिहड़ी दसी पिछे जत पहारा धीरज सुनियार, नानक नदरी नदर निहाल। जदों नदरी परमेश्वर किरपा करते ने ना, नदर खुल जाती है। उदों नानक नदरी, फिर नदर, फिर निहाल। जदों नदरी परमेश्वर जीव के उत्ते किरपा दृष्टि करते ने, तो यदी नदर खुल जाती है। नदर जदों खुलती है, दिव्य दृष्टि खुलती है जदों, तो जीव जदों सारे पासे देखदा है, सब गोबिंद है, सब गोबिंद है, गोबिंद बिन नहीं कोई, तां हुंदा निहाल निहाल निहाल, तक की निहाल हो जाता है। सब पासे ही ब्रह्म है, कोई दूजा नज़र ही नहीं आता। एवें झगड़े करते सी लोकां नाल, एवें इधर उधर भटके फिरदे सी। आ तां गल ही बन गई। किसी दूजा पासा मैं देखिया ही नहीं, हर जगह के उत्ते ब्रह्म ही ब्रह्म है। नानक नदरी नदर निहाल। जपजी साहब का पाठ करते हैं, बिना अर्थां तो तां लोग वैसे करी जाते पाठ, गलत भी करी जाते हैं। पर जे शुद्ध संथ्या समेत कल्ले कल्ले लगा मात्रा ला के ते इन्ना अर्थां दे संयुक्त होकर जपजी साहब का पाठ करिए, तो वाहिगुरु जरूर किरपा करनगे। फिर आपां भी नानक नदरी नदर निहाल हो सकते हैं। इन्ने भाव नूं लैके सोहणे ढंग नाल जपजी साहब का पाठ करो कि सच्चे पातशाह सानूं भी दृष्टि दे देण, ओह जिस दृष्टि करके असीं भी निहाल हो जाइए। वाहे गुरु वाहे गुरु।